सतगुरां दी साजी निवाजी गुरु रूप प्यारी गुरु सवारी साध संगत जी। ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨੀਆਂ, ਜਨਮ ਦੇ ਕੁਛ ਅਹਿਮ ਪਲ ਸੁਹਾਵਣੇ ਬਣਾਉਣ ਦੇ ਯਤਨ ਕਰ ਰਹੇ ਹਾਂ। ਕਿ ਸਵਾਸ ਤੇ ਗਰਾਸ ਪਰਮੇਸ਼ਰ ਦਾ ਨਾਮ ਜਪਿਆ ਜਾਏ, ਤਾਂ ਕਿ ਇਹ ਸਵਾਸ ਅਤੇ ਗਰਾਸ ਜਿਹੜੇ ਨੇ ਉਹ ਸਫਲੇ ਹੋ ਜਾਣ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸਈ ਨਾਨਕਾ ਪੂਰਨ ਸੋਈ ਸੰਤ। ਪੂਰਨ ਸੰਤ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਕਦੇ ਵੀ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਵਿਸਰਦਾ ਨਹੀਂ ਹੈ। ਸਾਸ ਗਰਾਸ ਪਰਮੇਸ਼ਰ ਦਾ ਨਾਮ ਜਪਦੇ ਨੇ। ਜਿਸ ਵਕਤ ਦੁਨੀਆ ਜਾਗਣਾ ਸ਼ੁਰੂ ਕਰਦੀ ਹੈ, ਮਹਾਤਮਾ ਉਸ ਸਮੇਂ ਦੇ ਵਿੱਚ ਸੌਣਾ ਸ਼ੁਰੂ ਕਰ ਦਿੰਦੇ ਹਨ। ਤੇ ਜਿਨ੍ਹਾਂ ਸਮੇਂ ਦੇ ਵਿੱਚ ਮਹਾਤਮਾ ਜੀ ਜਾਗਦੇ ਹਨ, ਉਸ ਸਮੇਂ ਦੇ ਵਿੱਚ ਦੁਨੀਆ ਸੁੱਤੀ ਹੁੰਦੀ ਹੈ। ਕਿਉਂਕਿ ਮਹਾਤਮਾ ਨੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਨਾਮ ਜਪ ਕੇ ਆਪਣਾ ਜਨਮ ਔਰ ਮਰਨ ਤੋਂ ਬਿਲਕੁਲ ਰਹਿਤ ਹੋਣਾ ਹੁੰਦਾ ਹੈ। ਇਸ ਲਈ ਉਹਨਾਂ ਵਾਸਤੇ ਇਕਾਂਤ ਜ਼ਰੂਰੀ ਹੈ। ਪੁਰਾਣੇ ਜ਼ਮਾਨਿਆਂ ਦੇ ਜਿਤਨੇ ਮਹਾਤਮਾ ਤਤਵੇਤੇ ਸਾਧੂ ਸਨ, ਉਹ ਹਮੇਸ਼ਾ ਹੀ ਨਗਰ ਖੇੜੇ ਤੋਂ ਬਾਹਰ ਬੈਠ ਕੇ ਹੀ ਸਿਮਰਨ ਬੰਦਗੀ ਕਰਦੇ ਸਨ। ਪਹਾੜਾਂ ਦੇ ਵੱਲ ਚਲੇ ਜਾਣਾ ਜਾਂ ਜਿੱਥੇ ਪਾਣੀ ਦਾ ਵਹਾਅ ਜ਼ਿਆਦਾ ਹੈ, ਉਸ ਜਗ੍ਹਾ 'ਤੇ ਚਲੇ ਜਾਣਾ ਇਕਾਂਤ 'ਤੇ, ਤਾਂ ਕਿ ਜਿਹੜਾ ਮਨੁੱਖ ਦੇ ਅੰਦਰ ਦੀਆਂ ਪ੍ਰਬਲ ਸ਼ਕਤੀਆਂ ਨੇ, ਅੰਦਰ ਦਾ ਸੂਖਸ਼ਮ ਜੀਵਨ ਹੈ ਜਿਹੜਾ, ਇਹ ਜੀਵਨ ਸਫਲਾ ਹੋ ਸਕੇ। ਕਿਉਂਕਿ ਜਿਹੜਾ ਬਾਹਰੀ ਜੀਵਨ ਹੈ, ਅਸਥੂਲ ਸਰੀਰ ਜਿਸ ਨੂੰ ਅਸੀਂ ਕਹਿੰਦੇ ਹਾਂ, ਇਹ ਮਿੱਟੀ ਦੀ ਪੈਦਾਇਸ਼ ਹੈ। ਮਿੱਟੀ ਆਪਣੀ ਯਾਤਰਾ 'ਤੇ ਚੱਲੀ ਹੋਈ ਹੈ। ਇੱਕ ਦਿਨ ਹਰ ਇੱਕ 'ਤੇ ਇਹੋ ਜਿਹਾ ਹੋਣਾ ਕਿ ਮਿੱਟੀ ਦੇ ਵਿੱਚ ਮਿਲ ਜਾਣੀ ਹੈ। ਤਾਂ ਮਨੁੱਖ ਦਾ ਅਕਸਰ ਹੀ ਪਰਮਾਤਮਾ ਦੇ ਘਰ ਦੇ ਵਿੱਚ ਆਉਣਾ, ਪਰਮਾਤਮਾ ਦੇ ਘਰ ਦੀਆਂ ਬਾਤਾਂ ਸੁਣਨੀਆਂ, ਗਾਉਣੀਆਂ, ਇਸ ਗੱਲ 'ਤੇ ਖੜਾ ਹੈ ਕਿ ਅੰਦਰ ਦਾ ਜਿਹੜਾ ਮਨੁੱਖ ਦਾ ਸੂਖਸ਼ਮ ਜੀਵਨ ਹੈ, ਇਹ ਜੀਵਨ ਜਿਹੜਾ ਹੈ ਉਹ ਸਫਲਤਾ ਹੋਵੇ। ਉਹਨੂੰ ਸਫਲਤਾ ਸੰਸਾਰ ਦੇ ਵਿੱਚ ਵੀ ਮਿਲੇ ਅਤੇ ਨਿਰੰਕਾਰ ਦੇ ਘਰ ਦੇ ਵਿੱਚ ਵੀ ਮਿਲੇ। ਜਿੰਨਾ ਬਾਹਰ ਮਨੁੱਖ ਨੂੰ ਜਿਵੇਂ ਧਨ ਚਾਹੀਦਾ ਹੈ, ਤਾਂ ਅੰਦਰ ਮਨੁੱਖ ਦੇ ਜੀਵਨ ਨੂੰ ਧਰਮ ਚਾਹੀਦਾ ਹੈ। ਕਿਉਂਕਿ ਜਿੰਨੇ ਦੁਨੀਆ ਦੇ ਬਾਹਰੀ ਪਦਾਰਥ ਨੇ, ਇਹ ਸਾਰੇ ਦੇ ਸਾਰੇ ਧਨ ਦੀ ਪਰਿਕਰਮਾ ਕਰਦੇ ਨੇ। ਜਿੰਨਾ ਵੀ ਬਾਹਰੀ ਜੀਵਨ ਹੈ ਮਨੁੱਖ ਦਾ, ਸੰਸਾਰਕ ਸਮਾਜਿਕ ਲੈਵਲ 'ਤੇ, ਜੇ ਧਨ ਹੈ ਤੇ ਚੰਗੇ ਵਸਤਰ ਮਿਲ ਜਾਣਗੇ,
ਜੇ ਧਨ ਹੈ ਖਾਣ ਵਾਸਤੇ ਪਦਾਰਥ ਚੰਗੇ ਮਿਲ ਜਾਣਗੇ, ਜੇ ਧਨ ਹੈ ਤਾਂ ਘਰ ਮਕਾਨ ਗੱਡੀਆਂ ਇਤਿਆਦਿਕ ਇਹ ਸਾਰਾ ਕੁਛ ਮਿਲ ਜਾਵੇਗਾ। ਤੋ ਇਹ ਮਿਲਣਾ ਸਭ ਕੁਛ ਧਨ ਦੇ ਨਾਲ ਹੈ। ਬਿਨਾਂ ਧਨ ਤੋਂ ਬਾਹਰੀ ਜੀਵਨ ਦੇ ਅੰਦਰ ਕੁਛ ਵੀ ਪ੍ਰਾਪਤ ਨਹੀਂ ਹੁੰਦਾ ਬੰਦੇ ਨੂੰ। ਔਰ ਜਿਹੜਾ ਧਨ ਹੈ ਇਹ ਧਨ ਜੇ ਇੱਕ ਪਰਿਵਾਰ ਦੇ ਵਿੱਚ ਇੱਕ ਮਨੁੱਖ ਨੂੰ ਮਿਲ ਜਾਵੇ ਤੇ ਇਹ ਧਨ ਸਮਾਜਿਕ ਧਨ ਇਸ ਨੂੰ ਕਹਿੰਦੇ ਨੇ। ਸਮਾਜਿਕ, ਇੱਕ ਪਰਿਵਾਰ ਦੇ ਵਿੱਚ ਇੱਕ ਜਾਣੇ ਨੂੰ ਬਹੁਤਾ ਧਨ ਮਿਲ ਗਿਆ ਤੇ ਉਹ ਸਾਰੇ ਦਾ ਸਾਰਾ ਧਨ ਸਾਰੇ ਪਰਿਵਾਰ ਨੂੰ ਹੀ ਮਿਲ ਜਾਂਦਾ ਹੈ। ਪਤਨੀ ਨੂੰ ਵੀ ਮਿਲ ਜਾਂਦਾ ਹੈ, ਪਤੀ ਨੂੰ ਵੀ ਮਿਲ ਜਾਂਦਾ ਹੈ, ਮਾਂ ਬਾਪ ਨੂੰ ਵੀ ਮਿਲ ਜਾਂਦਾ ਹੈ, ਭੈਣ ਭਾਈਆਂ ਨੂੰ ਵੀ ਮਿਲ ਜਾਂਦਾ ਹੈ, ਰਿਸ਼ਤੇਦਾਰਾਂ ਨੂੰ ਵੀ ਮਿਲ ਜਾਂਦਾ ਹੈ, ਹੋਰਾਂ ਨੂੰ ਵੀ। ਇੱਕ ਬੰਦੇ ਨੂੰ ਬਹੁਤਾ ਧਨ ਮਿਲਿਆ ਤੇ ਸਾਰੇ ਦੇ ਸਾਰੇ ਪਦਾਰਥ ਸਾਰੇ ਪਰਿਵਾਰ ਵਾਸਤੇ ਘਰ ਵਿੱਚ ਆ ਜਾਂਦੇ ਨੇ। ਇਸ ਲਈ ਇਹ ਜਿਹੜਾ ਧਨ ਹੈ ਇਸ ਧਨ ਨੂੰ ਸਮਾਜਿਕ ਧਨ ਕਿਹਾ ਗਿਆ ਹੈ। ਤੇ ਇਹ ਧਨ ਦੀਆਂ ਜਿੰਨੇ ਦੁਨੀਆ ਦੇ ਪਦਾਰਥ ਨੇ ਇਹ ਸਾਰੇ ਦੇ ਸਾਰੇ ਧਨ ਦੀਆਂ ਪਰਿਕਰਮਾ ਕਰਦੇ ਪਏ ਨੇ। ਜਿਹਦੇ ਕੋਲੇ ਧਨ ਹੈਗਾ ਉਹਨਾਂ ਕੋਲ ਚੰਗੇ ਘਰ ਮਕਾਨ ਮੋਟਰ ਗੱਡੀਆਂ ਖਾਣ ਪੀਣ ਵਾਸਤੇ ਪਹਿਨਣ ਵਾਸਤੇ ਬੜਾ ਕੁਛ ਉਹਨਾਂ ਦੇ ਘਰ ਦੇ ਵਿੱਚ ਪਦਾਰਥ ਆ ਜਾਂਦੇ ਨੇ। ਇਹ ਧਨ ਸਮਾਜਿਕ ਹੈ। ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਨੂੰ ਮਿਲਿਆ ਤੇ ਸਾਰੇ ਦਾ ਸਾਰਾ ਪਰਿਵਾਰ ਸੌਖਾ ਹੋ ਜਾਂਦਾ ਹੈ। ਤੋ ਕਿਤੇ ਨਾ ਕਿਤੇ ਜਾ ਕੇ ਮਨੁੱਖ ਨੂੰ ਇਸ ਚੀਜ਼ ਦਾ ਵੀ ਭੁਲੇਖਾ ਹੈ ਕਿ ਸ਼ਾਇਦ ਧਰਮ ਵੀ ਸਮਾਜਿਕ ਹੈ, ਪਰ ਧਰਮ ਸਮਾਜਿਕ ਨਹੀਂ ਹੈ। ਧਰਮ ਵਿਅਕਤੀਗਤ ਹੈ। ਜਿਸ ਨੂੰ ਮਿਲਿਆ ਸਿਰਫ ਉਸੇ ਕੋਲ ਹੀ ਰਹੇਗਾ। ਇੱਕੋ ਮੈਂਬਰ ਪਰਿਵਾਰ ਦੇ ਇੱਕੋ ਮੈਂਬਰ ਨੂੰ ਜੇ ਧਰਮ ਮਿਲਿਆ ਨਾਮ ਸਿਮਰਨ ਕਰ ਰਿਹਾ ਹੈ ਤਾਂ ਉਹੀ ਮੈਂਬਰ ਸੌਖਾ ਹੈ, ਬਾਕੀ ਮੈਂਬਰ ਸੌਖੇ ਨਹੀਂ ਹੈ। ਕਿਉਂਕਿ ਇਹ ਧਰਮ ਐਸੀ ਚੀਜ਼ ਹੈ ਜਿਹੜਾ ਇੱਕ ਦੂਸਰੇ ਨੂੰ ਦਿੱਤਾ ਹੀ ਨਹੀਂ ਜਾ ਸਕਦਾ। ਧਨ ਤੇ ਦਿੱਤਾ ਜਾ ਸਕਦਾ ਹੈ, ਪਦਾਰਥ ਦਿੱਤੇ ਜਾ ਸਕਦੇ ਨੇ, ਬੜਾ ਕੁਛ ਇੱਕ ਦੂਜੇ ਨੂੰ ਦਿੱਤਾ ਜਾ ਸਕਦਾ ਹੈ, ਪਰ ਧਰਮ ਇੱਕੋ ਹੀ ਚੀਜ਼ ਹੈ ਜਿਹੜੀ ਕਿਸੇ ਨੂੰ ਦੂਸਰੇ ਨੂੰ ਨਹੀਂ ਦਿੱਤੀ ਜਾ ਸਕਦੀ। ਤੋ ਧਰਮ ਦੂਸਰੇ ਨੂੰ ਦਿੱਤਾ ਨਹੀਂ ਜਾ ਸਕਦਾ। ਜਿਹੜਾ ਮਨੁੱਖ ਧਰਮ ਦੇ ਅੰਦਰ ਪ੍ਰਵੇਸ਼ ਕਰ ਗਿਆ ਸੁੱਖ ਸਦੀਵੀ ਸੁੱਖ ਦੇ ਵਿੱਚ ਅਤੇ ਆਨੰਦ ਦੇ ਵਿੱਚ ਉਹੀ ਰਹੇਗਾ, ਬਾਕੀ ਦੇ ਸਭ ਦੁਖੀ ਰਹਿਣਗੇ। ਕਿਉਂਕਿ ਜਿੰਨੀ ਧਨ ਬਾਹਰਲੀ ਪਦਾਰਥ ਨੇ ਸਾਰੇ ਦੇ ਸਾਰੇ ਧਨ ਦੀਆਂ ਪਰਿਕਰਮਾ ਕਰਦੇ ਨੇ, ਜਿੰਨੀਆਂ ਮਨੁੱਖ ਦੀਆਂ ਅੰਦਰ ਦੀਆਂ ਸ਼ਕਤੀਆਂ ਨੇ ਉਹ ਸਾਰੀ ਦੀਆਂ ਸਾਰੀਆਂ ਧਰਮ ਦੀ ਪਰਿਕਰਮਾ ਕਰਦੀਆਂ ਨੇ। ਤੇ ਧਰਮ ਦੇ ਅਰਥ ਨੇ ਸ੍ਰੇਸ਼ਟ। ਧਰਮ ਦੇ ਅਰਥ ਨੇ ਸੰਤੁਸ਼ਟੀ। ਜਿਹੜਾ ਮਨੁੱਖ ਸੰਤੁਸ਼ਟ ਹੈ, ਤੇ ਮਨੁੱਖ ਸੰਤੁਸ਼ਟ ਹੈ ਨਹੀਂ ਆ ਆਪਣੇ ਮਾਂ ਬਾਪ ਤੋਂ ਨਹੀਂ, ਆਪਣੇ ਪੁੱਤਰ ਧੀਆਂ ਤੋਂ ਨਹੀਂ, ਪਤਨੀ ਆਪਣੇ ਪਤੀ ਤੋਂ ਨਹੀਂ, ਪਤੀ ਆਪਣੇ ਪਤਨੀ ਤੋਂ ਨਹੀਂ ਹੈ। ਸੰਤੁਸ਼ਟ ਤੇ ਮਨੁੱਖ ਕੋਈ ਵੀ ਨਹੀਂ ਹੈ। ਇਸ ਕਰਕੇ ਮਾਫ ਕਰਨਾ ਸਮਾਜ ਦੇ ਵਿੱਚ ਬਹੁਤ ਘੱਟ ਧਰਮੀ ਬੰਦੇ ਨੇ। ਧਰਮ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ। ਤੋ ਹਰ ਇੱਕ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਜਿਸ ਧਰਮ ਦੇ ਅੰਦਰ ਮੈਂ ਹਾਂ, ਮੈਂ ਦੂਸਰੇ ਨੂੰ ਉਸ ਧਰਮ ਦੇ ਅੰਦਰ ਪ੍ਰਵੇਸ਼ ਕਰਾਂ, ਪਰ ਐਸਾ ਕਦੀ ਹੋਇਆ ਨਹੀਂ ਹੈ। ਕਿਉਂਕਿ ਧਨ ਦੇ ਕਾਰਨ ਕਰਕੇ ਬਹੁਤੇ ਸੰਬੰਧ ਜਿਹੜੇ ਨੇ ਉਹ ਬਣ ਜਾਂਦੇ ਨੇ, ਬਹੁਤੇ ਸੰਬੰਧ ਬਣ ਜਾਂਦੇ ਨੇ।
ਜਿਹੜੀ ਮਨੁੱਖ ਦੀ ਅੰਦਰ ਦੀਆਂ ਸ਼ਕਤੀਆਂ ਨੇ, ਜਿਹੜੀਆਂ ਧਰਮ ਦੀਆਂ ਪਰਿਕਰਮਾ ਕਰਦੀਆਂ ਪਈਆਂ ਨੇ, ਇਹ ਕੇਵਲ ਤੇ ਕੇਵਲ ਧਰਮ ਦੇ ਅੰਦਰ ਮਨੁੱਖ ਆਪ ਹੀ ਪ੍ਰਵੇਸ਼ ਹੋ ਸਕਦਾ। ਇੱਕ ਦੂਸਰੇ ਨੂੰ ਇਹ ਦਿੱਤਾ ਨਹੀਂ ਜਾ ਸਕਦਾ। ਪਤੀ ਆਪਣੀ ਪਤਨੀ ਨੂੰ ਨਹੀਂ ਦੇ ਸਕਦਾ, ਪਤਨੀ ਪਤੀ ਨੂੰ ਨਹੀਂ ਦੇ ਸਕਦੀ, ਔਰ ਆਪਣੇ ਬੱਚਿਆਂ ਨੂੰ ਨਹੀਂ ਦਿੱਤਾ ਜਾ ਸਕਦਾ। ਇਹ ਧਰਮ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ। ਤੇ ਪੂਰਨ ਰੂਪ ਦੇ ਵਿੱਚ ਸਾਰੇ ਦਾ ਸਾਰਾ ਪਰਿਵਾਰ, ਇੰਝ ਕਹਿ ਸਕਦੇ ਹਾਂ ਕਿ ਸਾਰੀ ਦੀ ਸਾਰੀ ਕੌਮ ਕਦੇ ਧਾਰਮਿਕ ਨਹੀਂ ਹੁੰਦੀ, ਭਾਵੇਂ ਕੋਈ ਵੀ ਕੌਮ ਹੋਵੇ। ਸਾਰੇ ਦਾ ਸਾਰਾ ਦੇਸ਼ ਧਾਰਮਿਕ ਨਹੀਂ ਹੁੰਦਾ, ਭਾਵੇਂ ਕੋਈ ਵੀ ਦੇਸ਼ ਹੋਵੇ। ਐਸਾ ਦੇਸ਼ ਭਗਵਾਨ ਸ਼ਿਵ ਜੀ ਨੇ ਇਸ ਧਰਤੀ ਦੇ ਟੁਕੜੇ 'ਤੇ ਵਸਾਉਣ ਦੇ ਯਤਨ ਕੀਤੇ ਸਨ। ਬਨਾਰਸ, ਕਾਸ਼ੀ, ਕਹਿੰਦੇ ਇਸ ਦੇ ਵਿੱਚ ਉਹੀ ਮਨੁੱਖ ਰਹਿਣਗੇ ਜਿਹੜੇ ਮਨੁੱਖ ਧਾਰਮਿਕ ਹੋਣਗੇ। ਕਾਸ਼ੀ, ਬਨਾਰਸ, ਇਸ ਦੇ ਅੰਦਰ ਉਹੀ ਮਨੁੱਖ ਰਹਿ ਸਕਦੇ ਨੇ। ਹੋ ਸਕਦਾ ਕਿ ਭਗਵਾਨ ਸ਼ਿਵ ਜੀ ਦੇ ਸਮੇਂ ਉਹ ਧਰਤੀ ਤੇ ਟੁਕੜੇ 'ਤੇ ਉਹੀ ਲੋਕ ਰਹੇ ਹੋਣ ਜਿਹੜੇ ਲੋਕ ਪ੍ਰਾਣਾਯਾਮ ਕਰਕੇ ਆਪਣੇ ਸਵਾਸਾਂ ਨੂੰ ਰੋਕ ਰੋਕ ਕੇ ਪਰਮੇਸ਼ਰ ਦਾ ਨਾਮ ਜਪਦੇ ਸੀ। ਹੋ ਸਕਦਾ ਉੱਥੇ ਬ੍ਰਹਮ ਗਿਆਨੀ ਰਹੇ ਹੋਣ। ਪਰ ਜਿਉਂ ਹੀ ਸਹਿਜੇ ਸਹਿਜੇ ਸਮਾਂ ਪਿਆ, ਉਹ ਐਸਾ ਧਰਤੀ ਵਸਾਈ ਸੀ ਭਗਵਾਨ ਸ਼ਿਵ ਜੀ ਨੇ ਕਿ ਇਸ ਧਰਤੀ 'ਤੇ ਕੋਈ ਵੀ ਮਨੁੱਖ ਦੁਖੀ ਨਹੀਂ ਹੋਊਗਾ। ਸਾਰੇ ਦੇ ਸਾਰੇ ਬ੍ਰਹਮ ਗਿਆਨੀ ਇੱਥੇ ਹੋਣਗੇ, ਸਾਰੇ ਦੇ ਸਾਰੇ ਨਾਮ ਜਪਣ ਵਾਲੇ ਇੱਥੇ ਹੋਣਗੇ, ਸਦੀਵੀ ਸੁੱਖ ਜਿਨ੍ਹਾਂ ਨੂੰ ਲੋੜ ਹੈ ਇੱਥੇ ਹੋਣਗੇ। ਉਹਨਾਂ ਸਮਿਆਂ ਦੇ ਵਿੱਚ ਰਹੇ ਹੋਣੇ ਨੇ ਮਹਾਤਮਾ ਜੀ ਤਤਵੇਤੇ ਉੱਥੇ ਸਾਧੂ। ਪਰ ਜਿਵੇਂ ਜਿਵੇਂ ਸਹਿਜੇ ਸਹਿਜੇ ਸਮਾਂ ਬਤੀਤ ਹੁੰਦਾ ਗਿਆ ਤੇ ਸਮੇਂ ਦੇ ਹਿਸਾਬ ਦੇ ਨਾਲ ਕੀ ਬਣ ਗਿਆ, ਗੁਰਬਾਣੀ ਕਹਿਣ ਲੱਗੀ, ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਜਿੱਥੇ ਬਨਾਰਸ ਦੀ ਉਹ ਧਰਤੀ ਭਗਵਾਨ ਸ਼ਿਵ ਜੀ ਨੇ ਬ੍ਰਹਮ ਗਿਆਨੀਆਂ ਵਾਸਤੇ, ਪੈਗੰਬਰਾਂ ਵਾਸਤੇ, ਫਕੀਰਾਂ ਵਾਸਤੇ, ਨਾਮ ਜਪਣ ਵਾਸਤੇ ਤਿਆਰ ਕੀਤੀ ਸੀ, ਉਹੀ ਧਰਤੀ ਦੇ ਸਭ ਤੋਂ ਵੱਡੇ ਠੱਗ ਮਸ਼ਹੂਰ ਹੋ ਗਏ। ਸਹਿਜੇ ਸਹਿਜੇ, ਕਿਉਂਕਿ ਜਿਸ ਵੀ ਜਗ੍ਹਾ ਤੇ ਪਰਮਾਤਮਾ ਦਾ ਨਾਮ ਜਪਿਆ ਜਾ ਰਿਹਾ ਹੈ, ਤਾਂ ਐਸੇ ਠੱਗ ਵੀ ਉਸੇ ਜਗ੍ਹਾ ਤੇ ਪੈਦਾ ਹੋ ਜਾਂਦੇ ਨੇ। ਡਾਕੂ ਪੈਦਾ ਹੋ ਜਾਂਦੇ ਨੇ, ਚੋਰ ਪੈਦਾ ਹੋ ਜਾਂਦੇ ਨੇ। ਸਹਿਜੇ ਸਹਿਜੇ ਸਮਾਂ ਬਤੀਤ ਹੋਇਆ। ਭਗਵਾਨ ਸ਼ਿਵ ਜੀ ਨੇ ਯਤਨ ਕੀਤੇ ਸੀ, ਪਰ ਸਹਿਜੇ ਸਹਿਜੇ ਉਹ ਤਬਦੀਲ ਹੋ ਗਿਆ। ਮਨੁੱਖ ਯਤਨ ਕਰਦਾ ਹੈ ਕਿ ਸਾਰੇ ਦਾ ਸਾਰਾ ਕੁਟੁੰਬ ਜਿਹੜਾ ਪਰਿਵਾਰ ਹੈ ਇਹ ਧਾਰਮਿਕ ਬਣ ਜਾਵੇ, ਸਾਰੇ ਦਾ ਸਾਰਾ ਪਰਿਵਾਰ। ਪਰ ਜਿਹੜੀਆਂ ਧਰਮ ਦੀਆਂ ਪਰਿਕਰਮਾ ਕਰਦੀਆਂ ਨੇ ਸ਼ਕਤੀਆਂ ਮਨੁੱਖ ਦੀਆਂ, ਇਹ ਸ਼ਕਤੀਆਂ ਮਨੁੱਖ ਦੇ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਨੇ। ਤੋ ਜਿੰਨੀ ਮਨੁੱਖ ਦੇ ਅੰਦਰ ਦੀਆਂ ਸ਼ਕਤੀਆਂ ਨੇ, ਸਾਰੀ ਦੀਆਂ ਸਾਰੀਆਂ ਧਰਮ ਦੀਆਂ ਪਰਿਕਰਮਾ ਕਰਦੀਆਂ ਨੇ। ਬਾਹਰੀ ਪਦਾਰਥ ਧਨ ਦੀਆਂ ਪਰਿਕਰਮਾ ਕਰਦੇ ਨੇ। ਤੋ ਅੰਦਰ ਦੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਕਰਦੀਆਂ ਨੇ ਧਰਮ ਦੀ ਪਰਿਕਰਮਾ। ਤੇ ਧਰਮ ਮਿਲਦਾ ਹਮੇਸ਼ਾ ਇੱਕੋ ਜਣੇ ਨੂੰ, ਜਿਹਨੂੰ ਮਿਲਿਆ ਸਿਰਫ ਉਸੇ ਦਾ, ਇਹ ਦੂਸਰੇ ਨੂੰ ਦਿੱਤਾ ਨਹੀਂ ਜਾ ਸਕਦਾ। ਧਨ ਜਿਹੜਾ ਹੈ ਇਹ ਸਮਾਜਿਕ ਹੈ, ਇਹ ਹਰ ਇੱਕ ਨੂੰ ਦਿੱਤਾ ਜਾ ਸਕਦਾ। ਇਹਦੇ ਕਾਰਨ ਕਰਕੇ ਅਨੇਕਾਂ ਕਰੋੜਾਂ ਪਦਾਰਥ ਜਿਹੜੇ ਇਹਦੀਆਂ ਪਰਿਕਰਮਾ ਕਰਦੇ ਨੇ ਉਹ ਮਨੁੱਖਤਾ ਦੇ ਘਰ ਦੇ ਵਿੱਚ ਆ ਜਾਂਦੇ ਨੇ। ਇਸੇ ਲਈ ਸਮਾਜਿਕ ਲੈਵਲ ਤੇ ਮਨੁੱਖ ਜਿਹੜਾ ਹੈ ਇਹ ਧਨ ਦੇ ਪਿੱਛੇ ਬਹੁਤਾ ਜ਼ਿਆਦਾ ਭੱਜਦਾ ਹੈ, ਕਿਉਂਕਿ ਪਤਾ ਹੈ ਕਿ ਬਿਨਾਂ ਧਨ ਤੋਂ
ਆਪਣੇ ਬੱਚਿਆਂ ਦੀ ਪਰਵਰਿਸ਼ ਨਹੀਂ ਕਰ ਸਕਦੇ। ਬਿਨਾਂ ਧਨ ਤੋਂ ਬੱਚਿਆਂ ਨੂੰ ਬਹੁਤੀ ਉੱਚ ਵਿੱਦਿਆ ਨਹੀਂ ਦੇ ਸਕਦੇ। ਬਿਨਾਂ ਧਨ ਤੋਂ ਚੰਗਾ ਮਕਾਨ, ਚੰਗੀਆਂ ਗੱਡੀਆਂ, ਚੰਗੇ ਪਦਾਰਥ, ਚੰਗੇ ਵਸਤਰ ਆਪਣੇ ਬੱਚਿਆਂ ਨੂੰ ਨਹੀਂ ਦੇ ਸਕਦੇ। ਇਸੇ ਲਈ ਮਨੁੱਖ ਜਿਹੜਾ ਹੈ ਧਨ ਦੇ ਵੱਲ ਜ਼ਿਆਦਾ ਭੱਜਦਾ ਹੈ। ਮਾਂ ਬਾਪ ਨੂੰ ਵੀ ਛੱਡ ਦਿੰਦਾ ਹੈ, ਆਪਣਾ ਘਰ ਮਕਾਨ ਵੀ ਛੱਡ ਦਿੰਦਾ ਹੈ, ਆਪਣਾ ਦੇਸ਼ ਛੱਡ ਕੇ ਵੀ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਧਨ ਕਮਾਉਂਦਾ ਹੈ ਤਾਂ ਕਿ ਸਾਰੇ ਦਾ ਸਾਰਾ ਪਰਿਵਾਰ ਸੁਖੀ ਰਹੇ। ਇਸੇ ਲਈ ਧਨ ਦੇ ਪਿੱਛੇ, ਕਿਉਂਕਿ ਜਿੰਨੀਆਂ ਬਾਹਰੀ ਤਾਕਤਾਂ ਨੇ ਇਹ ਸਾਰੀ ਦੀਆਂ ਸਾਰੀਆਂ ਧਨ ਦੀਆਂ ਪਰਿਕਰਮਾ ਕਰਦੀਆਂ ਨੇ। ਅਜੋਕੇ ਸਮੇਂ ਦੇ ਵਿੱਚ ਤੇ ਸਭ ਕੁਝ ਬਿਲਕੁਲ ਹੀ ਦੁਨੀਆ ਨੇ ਇਕੱਲਾ ਧਨ ਹੀ ਰੱਖ ਲਿਆ, ਬਾਕੀ ਗੱਲਾਂ ਸਭ ਪਿੱਛੇ ਰਹਿ ਗਈਆਂ ਨੇ। ਬਾਕੀ ਗੱਲਾਂ ਸਭ ਪਿੱਛੇ ਰਹਿ ਗਈਆਂ ਨੇ। ਧਨ ਚਾਹੇ ਤੇ ਪਦਾਰਥ ਹੋਵਨ, ਧਨ ਦੇ ਮਗਰ ਇਸੇ ਕਰਕੇ ਮਨੁੱਖ ਜਿਹੜਾ ਹੈ ਜ਼ਿਆਦਾ ਭੱਜਦਾ ਹੈ। ਤੋ ਦੁਨੀਆ ਦੇ ਵਿੱਚ ਧਨ ਦਾ ਜਿਹੜਾ ਲਾਲਚ ਹੈ ਬਹੁਤ ਜ਼ਿਆਦਾ ਵੱਧ ਗਿਆ। ਤੋ ਧਨ ਦਾ ਲਾਲਚ ਕਰਨਾ ਹੈ, ਆਪਣੀ ਕਿਰਤ ਕਮਾਈ ਕਰਨੀ ਹੈ, ਪਰ ਸਤਿਗੁਰੂ ਮਹਾਰਾਜ ਜੀਆਂ ਦੀ ਗੁਰਬਾਣੀ ਰੋਕਦੀ ਹੈ ਕਿ ਠੱਗੀ ਕਰਕੇ, ਚੋਰੀ ਕਰਕੇ, ਬੇਈਮਾਨੀ ਕਰਕੇ ਧਨ ਆਪਣੇ ਘਰ ਦੇ ਵਿੱਚ ਨਾ ਲੈ ਕੇ ਆਈ, ਵਰਨਾ ਤੇਰੇ ਪਰਿਵਾਰ ਦੇ ਵਿੱਚ ਵਿਸ਼ੇ ਵਕਾਰ ਪੈਦਾ ਹੋ ਜਾਣਗੇ। ਧਨ ਦਾ ਲਾਲਚ ਕਰ, ਧਨ ਦੀ ਕਮਾਈ ਕਰ, ਆਪਣੇ ਘਰ ਵਿੱਚ ਲੈ ਕੇ ਆ, ਪਰ ਇੰਨਾ ਵੀ ਲਾਲਚ ਨਾ ਕਰ, ਇੰਨਾ ਵੀ ਧਨ ਨਾ ਕਮਾ ਕੇ ਤੇਰੇ ਪਰਿਵਾਰ ਦੇ ਵਿੱਚ ਹੀ ਵਿਸ਼ੇ ਵਕਾਰ ਪੈਦਾ ਹੋ ਜਾਵਣ। ਇੰਨਾ ਵੀ ਧਨ ਆਪਣੇ ਘਰ ਵਿੱਚ ਨਾ ਕਮਾ ਕੇ ਰੱਖੀ ਕਿ ਤੈਨੂੰ ਬਾਹਰੋਂ ਦੁਸ਼ਮਣ ਦੀ ਲੋੜ ਹੀ ਨਾ ਪਵੇ, ਤੇਰੇ ਘਰੇ ਦੁਸ਼ਮਣ ਪੈਦਾ ਹੋ ਜਾਣ। ਅਕਸਰ ਮਾਂ ਬਾਪ ਕਹਿ ਉੱਠਦੇ ਨੇ ਬੱਚਾ ਕੀ ਪੈਦਾ ਹੋਇਆ ਸੀ, ਇਹ ਤੇ ਦੁਸ਼ਮਣ ਪੈਦਾ ਹੋ ਗਿਆ, ਸਾਰੇ ਦਾ ਸਾਰਾ ਘਰ ਹੀ ਲੁਟਾਈ ਜਾਂਦਾ ਹੈ। ਬੜੇ ਖਰਚੇ ਕਰਦਾ ਹੈ, ਫਜ਼ੂਲ ਦੇ ਖਰਚੇ ਕਰਦਾ ਹੈ। ਤੋ ਇੰਨਾ ਵੀ ਧਨ ਦੇ ਮਗਰ ਚੱਲ, ਕਮਾਈ ਕਰ ਆਪਣੀ, ਤਾਂ ਕਿ ਕੁਟੁੰਬ ਦਾ ਚੰਗੀ ਪਰਵਰਿਸ਼ ਕਰ ਸਕੇ ਤੂੰ, ਪਰ ਇੰਨਾ ਵੀ ਨਾ ਭੱਜ ਕੇ ਤੂੰ ਆਪਣੇ ਘਰ ਦੇ ਵਿੱਚ ਦੁਸ਼ਮਣੀ ਪੈਦਾ ਕਰ ਲਈ। ਧਨ ਦੇ ਮਗਰ ਇਸੇ ਲਈ ਮਨੁੱਖ ਭੱਜਦਾ ਹੈ ਕਿਉਂਕਿ ਜੇ ਧਨ ਇੱਕ ਬੰਦੇ ਨੂੰ ਮਿਲਿਆ ਤੇ ਸਾਰੇ ਦਾ ਸਾਰਾ ਪਰਿਵਾਰ ਸੁਖੀ ਹੋ ਜਾਂਦਾ ਹੈ। ਤੋ ਇਸ ਤੋਂ ਭਾਵ ਹੈ ਕਿ ਮਨੁੱਖ ਨੂੰ ਸਮਾਜਿਕ ਲੈਵਲ 'ਤੇ ਧਨ ਕਮਾਉਣਾ ਚਾਹੀਦਾ ਹੈ, ਪਰ ਬੇਈਮਾਨੀ ਕਰਕੇ ਨਹੀਂ, ਠੱਗੀ ਕਰਕੇ ਨਹੀਂ, ਚੋਰੀ ਕਰਕੇ ਨਹੀਂ, ਆਪਣੀ ਕਿਰਤ ਕਰਕੇ ਕਮਾਉਣਾ ਚਾਹੀਦਾ ਹੈ। ਤੇ ਧਨ ਹਰ ਇੱਕ ਮਨੁੱਖ ਦੇ ਕੋਲ ਹੋਣਾ ਚਾਹੀਦਾ ਹੈ। ਉਹਦੀ ਕਿਰਤ ਕਮਾਈ ਕੋਈ ਵੀ ਹੋ ਸਕਦੀ ਹੈ। ਧਨ ਸਮਾਜਿਕ ਲੈਵਲ 'ਤੇ ਧਨ ਜਿਹੜਾ ਹੈ ਇਹ ਇੱਕ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ, ਹਰ ਇੱਕ ਦੇ ਕੋਲ ਹੋਣਾ ਚਾਹੀਦਾ ਹੈ। ਤੋ ਜਿਨ੍ਹਾਂ ਦੇ ਕੋਲ ਧਨ ਹੈ ਸਮਾਜਿਕ ਲੈਵਲ 'ਤੇ ਅਕਸਰ ਮਨੁੱਖ ਕਹਿ ਦਿੰਦਾ ਹੈ ਕਿ ਧਨ ਜਿਹੜਾ ਹੈ ਇਹ ਬਹੁਤਾ ਨਹੀਂ ਕਮਾਉਣਾ ਚਾਹੀਦਾ, ਕਮਾਉਣਾ ਚਾਹੀਦਾ ਹੈ। ਧਨ ਹੋਊਗਾ ਤੇ ਸਾਰੇ ਦੇ ਸਾਰੇ ਪਦਾਰਥ ਆਉਣਗੇ। ਧਨ ਹੋਵੇਗਾ ਕਿਸੇ ਦੁਖੀ ਮਨੁੱਖ ਦਾ ਦੁੱਖ ਵੰਡਾ ਲਵਾਂਗੇ। ਜੇ ਧਨ ਹੋਵੇਗਾ ਘਰ ਦੇ ਵਿੱਚ ਪਦਾਰਥ ਹੋਵਣਗੇ, ਕਿਸੇ ਨੂੰ ਦਿੱਤੇ ਜਾ ਸਕਦੇ ਨੇ, ਕਿਸੇ ਨੂੰ ਭੋਜਨ ਛਕਾਇਆ ਜਾ ਸਕਦਾ ਹੈ, ਕਿਸੇ ਨੂੰ ਵਸਤਰ ਦਿੱਤੇ ਜਾ ਸਕਦੇ ਨੇ, ਕਿਸੇ ਨੂੰ ਘਰ ਮਕਾਨ ਬਣਾ ਕੇ ਦਿੱਤਾ ਜਾ ਸਕਦਾ। ਜੇ ਸਾਡੇ ਕੋਲ ਹੀ ਧਨ ਨਹੀਂ ਹੋਊਗਾ ਤੇ ਕਿਸੇ ਨੂੰ ਕੀ ਦੇ ਦੇਵਾਂਗੇ। ਤੋ ਧਨ ਹਰ ਇੱਕ ਮਨੁੱਖ ਨੂੰ ਕਮਾਉਣਾ ਚਾਹੀਦਾ ਹੈ, ਪਰ ਉਹਦੀ ਇੰਨੀ ਵੀ ਕਮਾਈ ਨਾ ਕਰੋ ਕਿ ਘਰ ਦੇ ਸਾਰੇ ਪਰਿਵਾਰਕ ਮੈਂਬਰ ਖੇਰੂ ਖੇਰੂ ਹੋ ਜਾਣ। ਬਿਲਕੁਲ ਇੱਕ ਦੂਸਰੇ ਦੇ ਨਾਲ ਗੱਲ ਹੀ ਨਾ ਕਰਨ, ਇੱਕ ਦੂਸਰੇ ਦੇ ਕੋਲ ਹੀ ਨਾ ਬੈਠਣ, ਇੱਕ ਦੂਸਰੇ ਦੇ ਨਾਲ ਦੁੱਖ ਸੁੱਖ ਹੀ ਨਾ ਕਰਨ। ਇੰਨਾ ਵੀ ਧਨ ਨਹੀਂ ਕਮਾਉਣਾ ਚਾਹੀਦਾ ਕਿ ਸਾਰਾ ਪਰਿਵਾਰ ਇੱਕ ਜਗ੍ਹਾ ਤੇ ਬੈਠ ਨਾ ਸਕੇ। ਤੋ ਧਨ ਦੀ ਇਹ ਕਮਾਈ ਹਰ ਇੱਕ ਮਨੁੱਖ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਬਾਹਰੀ ਜਿਹੜਾ ਧਨ ਹੈ, ਦੁਨੀਆ ਦੀਆਂ ਸਾਰੀਆਂ ਤਾਕਤਾਂ, ਸਭ ਪਦਾਰਥ ਜਿਹੜੇ ਨੇ ਉਹ ਧਨ ਦੀ ਪਰਿਕਰਮਾ ਕਰਦੇ ਪਏ ਨੇ। ਧਨ ਹੈ ਤੋ ਸਭ ਕੁਝ ਹੈ, ਜਿਹਦੇ ਕੋਲ ਧਨ ਹੈ ਨਹੀਂ ਉਹਦੇ ਪੱਲੇ ਵੀ ਕੁਝ ਨਹੀਂ ਹੈ। ਸਮਾਜਿਕ ਲੈਵਲ 'ਤੇ ਧਨ ਕਮਾਉਣ ਦੇ ਵੱਖੋ ਵੱਖਰੇ ਤਰੀਕੇ ਅਪਣਾਏ ਹੋਏ ਨੇ। ਕੋਈ ਚੁੱਪ ਕਰਕੇ ਧਨ ਕਮਾਉਂਦਾ ਹੈ, ਕੋਈ ਨੌਕਰੀ ਕਰਕੇ ਕਮਾਉਂਦਾ ਹੈ, ਕੋਈ ਮੋਟਰ ਗੱਡੀ ਚਲਾ ਕੇ
ਧਨ ਕਮਾਉਂਦਾ, ਕੋਈ ਆਪਣੇ ਘਰ ਦੇ ਵਿੱਚ ਬੈਠਾ ਧਨ ਕਮਾ ਰਿਹਾ ਹੈ, ਕੋਈ ਬਾਹਰ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਧਨ ਕਮਾ ਰਿਹਾ ਹੈ, ਤਾਂ ਕੋਈ ਬੋਲ ਕੇ ਧਨ ਕਮਾ ਰਿਹਾ ਹੈ, ਕੋਈ ਚੁੱਪ ਰਹਿ ਕੇ ਧਨ ਕਮਾ ਰਿਹਾ ਹੈ, ਕੋਈ ਗਾ ਕੇ ਧਨ ਕਮਾ ਰਿਹਾ ਹੈ। ਗਜਬ ਦੀ ਗੱਲ ਹੈ ਕਿ ਕਿਸੇ ਦੇ ਗਾਏ ਹੋਏ ਤੇ ਕੋਈ ਨੱਚ ਕੇ ਧਨ ਕਮਾ ਰਿਹਾ ਹੈ। ਦੁਨੀਆ ਤੇ ਵੱਖੋ ਵੱਖਰੇ ਤਰੀਕੇ ਨੇ ਧਨ ਕਮਾਉਣ ਦੇ। ਤੋ ਜਿਹੜੇ ਗਾ ਕੇ, ਜਿਹੜੇ ਨੱਚ ਕੇ ਸਮਾਜ ਦੇ ਵਿੱਚ ਧਨ ਕਮਾ ਰਹੇ ਨੇ, ਅਕਸਰ ਐਸੇ ਲੋਕਾਂ ਨੂੰ ਦੁਨੀਆ ਜਿਹੜਾ ਹੈ ਇਹ ਬਹੁਤੀ ਪ੍ਰਵਾਨਤਾ ਨਹੀਂ ਦਿੰਦੀ, ਬਹੁਤੀ ਮਾਨਤਾ ਨਹੀਂ ਸਮਾਜ ਦੇ ਵਿੱਚ ਦਿੱਤੀ ਜਾਂਦੀ। ਅਕਸਰ ਲੋਕ ਜਿਹੜੇ ਨੇ ਗਾਉਣ ਵਾਲਿਆਂ ਨੂੰ, ਗੀਤ ਗਾਉਣ ਵਾਲੇ ਕਲਾਕਾਰਾਂ ਨੂੰ ਬੜੀਆਂ ਗਾਲੀਆਂ ਕੱਢਦੇ ਨੇ। ਉਹਨਾਂ ਦੇ ਗਾਏ ਹੋਏ ਗੀਤਾਂ 'ਤੇ ਕੋਈ ਨੱਚ ਰਿਹਾ ਹੈ ਤੇ ਨੱਚਣ ਵਾਲਿਆਂ ਨੂੰ ਕਹਿ ਦਿੰਦੇ ਨੇ ਇਹਨਾਂ ਦੀ ਕੀ ਇੱਜ਼ਤ ਹੈ, ਨੱਚਣ ਵਾਲਿਆਂ ਦੀ, ਗਾਉਣ ਵਾਲਿਆਂ ਦੀ ਇਹਨਾਂ ਦੀ ਕੀ ਇੱਜ਼ਤ ਹੈ। ਮਾਫ਼ ਕਰਨਾ, ਜੇ ਗਾਉਣ ਵਾਲਿਆਂ ਦੀ, ਜੇ ਨੱਚਣ ਵਾਲਿਆਂ ਦੀ ਇੱਜ਼ਤ ਨਹੀਂ ਹੈ ਤੇ ਜਿਨ੍ਹਾਂ ਦੇ ਕੋਲ ਧਨ ਹੈ ਨਹੀਂ ਸਮਾਜ ਦੇ ਵਿੱਚ, ਉਹਨਾਂ ਦੀ ਕਿੰਨੀ ਕੁ ਇੱਜ਼ਤ ਹੈ। ਜਿਨ੍ਹਾਂ ਕੋਲ ਧਨ ਹੈ ਹੀ ਨਹੀਂ, ਜਿਨ੍ਹਾਂ ਨੇ ਬਿਲਕੁਲ ਨਹੀਂ ਕਮਾਇਆ, ਉਹਨਾਂ ਦੀ ਸਮਾਜ ਕਿੰਨੀ ਕੁ ਇੱਜ਼ਤ ਕਰਦਾ ਹੈ। ਉਹਨਾਂ ਨੂੰ ਕਦੇ ਕੋਈ ਸਿਰ 'ਤੇ ਚੁੱਕੀ ਫਿਰਦਾ ਵੀ ਬਹੁਤ ਵੱਡੇ ਤੁਸੀਂ ਧਾਰਮਿਕ ਹੋ, ਤੁਸੀਂ ਧਨ ਨਹੀਂ ਕਮਾਇਆ। ਜੇ ਤੁਹਾਡੇ ਕੋਲ ਧਨ ਨਹੀਂ ਹੈ ਤੇ ਅਸੀਂ ਤੁਹਾਡਾ ਮਾਣ ਕਰਦੇ ਹਾਂ, ਤੁਹਾਡਾ ਸਤਿਕਾਰ ਕਰਦੇ ਹਾਂ, ਅਸੀਂ ਤੁਹਾਨੂੰ ਆਪਣੇ ਸਿਰ 'ਤੇ ਬਿਠਾਉਂਦੇ ਹਾਂ, ਉਹਨਾਂ ਦੀ ਕੋਈ ਇੱਜ਼ਤ ਹੈ? ਉਹਨਾਂ ਨੂੰ ਵੀ ਕੋਈ ਨਹੀਂ ਪੁੱਛਦਾ। ਤੋ ਧਨ ਦੀ ਕਮਾਈ ਕਿਸੇ ਵੀ ਕਾਰਨ ਕਰਕੇ ਹੋਣੀ ਜ਼ਰੂਰੀ ਹੈ, ਪਰ ਗੁਰੂ ਸਾਹਿਬ ਜੀ ਮਹਾਰਾਜ ਰੋਕਦੇ ਨੇ ਕਿ ਇਸ ਤਰੀਕੇ ਦੇ ਨਾਲ ਕਮਾਈ ਨਾ ਕਰੀ ਕਿ ਤੇਰਾ ਪਰਿਵਾਰ ਖੇਰੂ ਖੇਰੂ ਨਾ ਹੋ ਜੇ। ਧਨ ਦੀ ਕਮਾਈ ਕਰ ਜੀ ਸਦਕੇ, ਇੰਨਾ ਵੀ ਧਨ ਨਾ ਕਮਾਈ ਕਿ ਤੇਰੇ ਪਰਿਵਾਰ ਦੇ ਵਿੱਚ ਇੰਨੇ ਵਿਸ਼ੇ ਵਕਾਰ ਪੈਦਾ ਹੋ ਜਾਣ, ਸਾਰੇ ਪਰਿਵਾਰਕ ਮੈਂਬਰ ਵੱਖੋ ਵੱਖਰੇ ਹੋ ਜਾਣ, ਤੇਰੀ ਕੋਈ ਗੱਲ ਸੁਣਨ ਵਾਸਤੇ ਤਿਆਰ ਨਾ ਹੋਵੇ। ਬਾਰੀ ਜਿੰਨੀ ਦੀ ਜਿੰਨੇ ਪਦਾਰਥ ਨੇ, ਜਿੰਨੀਆਂ ਤਾਕਤਾਂ ਨੇ, ਇਹ ਸਾਰੀ ਦੀਆਂ ਸਾਰੀਆਂ ਧਨ ਦੀ ਪਰਿਕਰਮਾ ਕਰਦੀਆਂ ਨੇ। ਤੋ ਦੁਨੀਆ ਦੇ ਵਿੱਚ ਧਨ ਕਮਾਉਣਾ ਚਾਹੀਦਾ ਹੈ। ਅੰਦਰ ਦੀਆਂ ਜਿੰਨੀਆਂ ਸ਼ਕਤੀਆਂ ਨੇ ਉਹ ਸਾਰੀ ਦੀਆਂ ਸਾਰੀ ਧਰਮ ਦੀ ਪਰਿਕਰਮਾ ਕਰਦੀਆਂ ਪਈਆਂ ਨੇ। ਤੋ ਮਨੁੱਖ ਜਿੱਥੇ ਬਾਹਰੀ ਧਨ ਕਮਾ ਕੇ ਆਪਣੇ ਪਰਿਵਾਰ ਨੂੰ ਸੌਖਾ ਕਰਦਾ ਹੈ, ਸਾਰੇ ਕੁਟੁੰਬ ਨੂੰ ਸੌਖਾ ਕਰ ਲੈਂਦਾ ਹੈ, ਉੱਥੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਆਪ ਵੀ ਤੂੰ ਧਰਮ ਦੇ ਅੰਦਰ ਪ੍ਰਵੇਸ਼ ਰਹਿ ਕੇ ਅੰਦਰ ਦੀਆਂ ਜਿਹੜੀਆਂ ਤੇਰੀਆਂ ਸ਼ਕਤੀਆਂ ਧਰਮ ਦੀਆਂ ਪਰਿਕਰਮਾ ਕਰਦੀਆਂ ਨੇ, ਇਹਨਾਂ ਦੇ ਵਰਤੋਂ ਕਰ ਤਾਂ ਕਿ ਤੂੰ ਅੰਦਰੋਂ ਵੀ ਸੌਖਾ ਹੋਵੇਂ ਤੇ ਬਾਹਰੋਂ ਵੀ ਸੌਖਾ ਹੋ ਜਾਏ। ਬਾਹਰੋਂ ਸੌਖਾ ਮਨੁੱਖ ਅੰਦਰੋਂ ਬਹੁਤ ਦੁਖੀ ਹੈ, ਤੇ ਜਿਹੜੇ ਅੰਦਰੋਂ ਸੁਖੀ ਨੇ ਨਾਮ ਜਪ ਕੇ, ਉਹਨਾਂ ਨੂੰ ਸਮਾਜਿਕ ਲੈਵਲ ਤੇ ਅੱਜ ਤੱਕ ਕੋਈ ਦੁਖੀ ਕਰ ਹੀ ਨਹੀਂ ਸਕਿਆ। ਜਿਹੜੇ ਬਾਹਰੋਂ ਸੁਖੀ ਨੇ ਉਹਨਾਂ ਨੂੰ ਦੁਖੀ ਕੀਤਾ ਜਾ ਸਕਦਾ ਹੈ, ਤੇ ਜਿਹੜੇ ਅੰਦਰੋਂ ਸੁਖੀ ਨੇ ਸਮਾਜ ਨੇ ਬੜੇ ਯਤਨ ਕੀਤੇ ਉਹਨਾਂ ਦੇ, ਪਰ ਉਹਨਾਂ ਨੂੰ ਕੋਈ ਦੁਖੀ ਨਹੀਂ ਕਰ ਸਕਿਆ। ਅੰਦਰ ਦੀ ਜਿੰਨੀ ਯਾਤਰਾ ਮਨੁੱਖ ਦੀ ਹੈ, ਇਹ ਸਾਰੇ ਦੇ ਸਾਰੇ ਧਰਮ ਦੀਆਂ ਪਰਿਕਰਮਾ ਕਰਦੀ ਪਈ ਹੈ। ਤੋ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜਿਵੇਂ ਬਾਹਰ ਤੈਨੂੰ ਧਨ ਦੀ ਲੋੜ ਹੈ, ਧਨ ਕਰਕੇ ਕਰੋੜਾਂ ਪਦਾਰਥ ਤੇਰੇ ਘਰ ਦੇ ਵਿੱਚ ਆਏ ਹੋਏ ਨੇ, ਐਸੇ ਤਰ੍ਹਾਂ ਤੇਰੇ ਸੂਖਸ਼ਮ ਜੀਵਨ ਨੂੰ ਧਰਮ ਦੀ ਲੋੜ ਹੈ, ਜਿਹਦੇ ਕਾਰਨ ਕਰਕੇ ਕਰੋੜਾਂ ਤਰ੍ਹਾਂ ਦੇ ਸੁੱਖ ਤੇਰੇ ਅੰਦਰਲੇ ਜੀਵਨ ਨੂੰ ਮਿਲਨੇ ਹਨ। ਤੇ ਦੇਖੀ ਕਦੇ ਉਸ ਸੁੱਖਾਂ ਤੋਂ, ਉਸ ਆਨੰਦ ਤੋਂ ਕਿਤੇ ਤੂੰ ਵਾਂਝਾ ਨਾ ਰਹਿ ਜਾਵੇਂ। ਉਸ ਸਦੀਵੀ ਸੁੱਖਾਂ ਤੋਂ, ਉਸ ਆਨੰਦ ਤੋਂ ਤੂੰ ਵਾਂਝਾ ਨਾ ਰਹਿ ਜਾਵੀਂ। ਇਸ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਤੂੰ ਧਰਮ ਦੇ ਅੰਦਰ ਹੋ, ਤੇ ਇਹ ਜਿਹੜਾ ਧਰਮ ਤੈਨੂੰ ਮਿਲ ਗਿਆ, ਜੋ ਵੀ ਤੈਨੂੰ ਮਿਲ ਗਿਆ, ਇਹ ਮਨੁੱਖ ਇੱਕ ਦੂਸਰੇ ਨੂੰ ਕਿਸੇ ਨੂੰ ਨਹੀਂ ਦੇ ਸਕਦਾ, ਕਿਉਂਕਿ ਧਰਮ ਸਮਾਜਿਕ ਨਹੀਂ ਹੈ, ਧਰਮ ਵਿਅਕਤੀਗਤ ਮੰਨਿਆ ਗਿਆ, ਇੱਕ ਦੂਸਰੇ ਨੂੰ ਨਹੀਂ ਦਿੱਤਾ ਜਾ ਸਕਦਾ। ਤੋ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਿੰਨਾ ਤੇਰਾ ਇੱਕ ਬਾਹਰੀ ਜੀਵਨ ਹੈ, ਇੱਕ ਅੰਦਰੂਨੀ ਜੀਵਨ ਹੈ। ਦੋ ਤਰ੍ਹਾਂ ਦਾ ਮਨੁੱਖ ਦੇ ਕੋਲ ਜੀਵਨ ਹੈ, ਇੱਕ ਸੂਖਸ਼ਮ ਜੀਵਨ ਹੈ, ਇੱਕ ਅਸਥੂਲ ਜੀਵਨ ਹੈ। ਬਾਹਰੀ ਜੀਵਨ ਦੇ ਵਿੱਚ ਉਤਰਾਅ ਚੜਾਅ ਬੜੇ ਆਉਣੇ ਨੇ, ਜ਼ਿੰਦਗੀ ਦੇ ਵਿੱਚ ਬੜਾ ਕੁਛ ਆਉਣਾ ਹੈ,
ਤੇ ਜਿੰਨਾ ਬਾਹਰੀ ਦਾ ਸਾਰਾ ਜੀਵਨ ਹੈ, ਇਹ ਸਾਰੇ ਦਾ ਸਾਰਾ ਤੇਰਾ ਪ੍ਰਕਿਰਤੀ ਤੇ ਖੜਾ ਹੈ। ਬਾਹਰੀ ਜੀਵਨ ਦੇ ਅੰਦਰ ਬੱਚੇ ਨੂੰ ਯਤਨ ਨਹੀਂ ਕਰਨੇ ਪੈਂਦੇ ਜਵਾਨ ਹੋਣ ਵਾਸਤੇ, ਜਵਾਨ ਨੂੰ ਕੋਈ ਯਤਨ ਨਹੀਂ ਕਰਨੇ ਪੈਂਦੇ, ਬੁੱਢਾ ਹੋਣ ਵਾਸਤੇ ਬੁੱਢੇ ਨੂੰ ਕੋਈ ਵੀ ਯਤਨ ਨਹੀਂ ਕਰਨੇ ਪੈਂਦੇ ਮੌਤ ਤੱਕ ਪਹੁੰਚਣ ਦੇ। ਆਪੇ ਪ੍ਰਕਿਰਤੀ ਨਿਯਮਾਂ ਦੇ ਵਿੱਚ ਆਪਣੇ ਇਹ ਸਭ ਕੁਝ ਕਰਦੀ ਹੈ। ਤਾਂ ਮਨੁੱਖ ਨੂੰ ਅੰਦਰ ਦੇ ਜੀਵਨ ਨੂੰ ਸੁਚੇਤ ਬਣਾਉਣ ਵਾਸਤੇ, ਅੰਦਰ ਦਾ ਜੀਵਨ ਸ੍ਰੇਸ਼ਟ ਬਣਾਉਣ ਵਾਸਤੇ ਮਨੁੱਖ ਨੂੰ ਯਤਨ ਕਰਨੇ ਪੈਂਦੇ ਨੇ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜਿੰਨਾ ਤੇਰੇ ਅੰਦਰ ਦੀ ਯਾਤਰਾ ਹੈ, ਇਹ ਸਾਰੀ ਦੀ ਸਾਰੀ ਧਰਮ ਦੀ ਪਰਿਕਰਮਾ ਕਰਦੀ ਹੈ। ਤੋ ਆਪਣੇ ਅੰਦਰ ਦੇ ਜੀਵਨ ਨੂੰ ਸ੍ਰੇਸ਼ਟ ਬਣਾ। ਬਾਹਰੀ ਜੀਵਨ ਧਨ ਦੀਆਂ ਪਰਿਕਰਮਾ, ਪਦਾਰਥ ਧਨ ਦੀਆਂ ਪਰਿਕਰਮਾ ਕਰਦੇ ਹਨ। ਤੋ ਇਸੇ ਲਈ ਜਿਹੜਾ ਮਨੁੱਖ ਹੈ ਜ਼ਿਆਦਾਤਰ ਸਮਾਜ ਦੇ ਵਿੱਚ ਧਨ ਦਾ ਲਾਲਚ ਬਹੁਤਾ ਕਰਦਾ ਰਹਿੰਦਾ ਹੈ, ਕਿਉਂਕਿ ਜੇ ਮੈਨੂੰ ਧਨ ਮਿਲ ਜਾਵੇ ਤੇ ਮੇਰੇ ਕਾਰਨ ਕਰਕੇ ਮੈਂ ਹੋਰਾਂ ਨੂੰ ਬੜਿਆਂ ਨੂੰ ਸੁੱਖ ਦੇ ਦੇਵਾਂਗਾ ਜੋ ਸਮਾਜਿਕ ਲੈਵਲ ਤੇ ਹੈ। ਪਰ ਉਹ ਚੀਜ਼ਾਂ ਜਿਹੜੀਆਂ ਸਮਾਜਿਕ ਲੈਵਲ ਤੇ ਮਿਲੀਆਂ ਹੋਈਆਂ ਨੇ, ਉਹ ਸਮਾਜ ਦੇ ਵਿੱਚ ਹੀ ਰਹਿਣੀਆਂ ਨੇ। ਇਹ ਨਹੀਂ ਹੈ ਕਿ ਜੇ ਮਨੁੱਖ ਨੇ ਆਪਣਾ ਧਨ ਬਹੁਤਾ ਸਮਾਜ ਦੇ ਵਿੱਚ ਕਮਾ ਲਿਆ ਤੇ ਕਿਸੇ ਨੂੰ ਸੁੱਖ ਦੇ ਦਿੱਤਾ ਤੇ ਉਹ ਸਦੀਵੀ ਸੁੱਖ ਬਣ ਜਾਵੇਗਾ। ਦੁੱਖਾਂ ਦੇ ਸਮਾਜਿਕ ਲੈਵਲ ਤੇ ਕੋਈ ਵੀ ਸੁੱਖ ਐਸਾ ਨਹੀਂ ਹੈ ਜਿਹੜਾ ਦੁੱਖ ਦੇ ਵਿੱਚ ਤਬਦੀਲ ਨਾ ਹੋਵੇ। ਤੋ ਮਨੁੱਖਤਾ ਦੇ ਜਿੰਨਾ ਮਨੁੱਖ ਨੇ ਧਨ ਇਕੱਠਾ ਕੀਤਾ ਹੈ, ਉਹ ਇਸੇ ਵਾਸਤੇ ਬਹੁਤਾ ਧਨ ਇਕੱਠਾ ਕਰਦਾ ਹੈ ਕਿ ਮੇਰੇ ਧਨ ਇਕੱਠੇ ਕਾਰਨ ਕਰਕੇ ਹੋਰਾਂ ਨੂੰ ਮੈਂ ਬੜਿਆਂ ਨੂੰ ਸੁੱਖ ਦੇ ਸਕਦਾ, ਤੇ ਐਸਾ ਧਨ ਦੇ ਕੇ ਕਿਸੇ ਨੂੰ ਸੁੱਖ ਦਿੱਤਾ ਜਾ ਸਕਦਾ ਹੈ। ਬਾਹਰੀ ਜੀਵਨ ਜਿਹੜਾ ਹੈ, ਕਿਉਂਕਿ ਧਨ ਦੀਆਂ ਪਰਿਕਰਮਾ ਸਾਰੇ ਪਦਾਰਥ ਕਰਦੇ ਨੇ, ਪਰ ਧਰਮ ਜਿਹੜਾ ਹੈ ਇਹ ਇੱਕ ਦੂਸਰੇ ਨੂੰ ਨਹੀਂ ਦਿੱਤਾ ਜਾ ਸਕਦਾ। ਇਹ ਧਰਮ ਵਿਅਕਤੀਗਤ ਹੈ। ਜਿਹਨੇ ਨਾਮ ਜਪਿਆ ਉਹੀ ਮਨੁੱਖ ਅੰਦਰੋਂ ਸੁਖੀ ਹੋ ਸਕਦਾ ਹੈ, ਦੂਸਰਾ ਨਹੀਂ। ਧਰਮ ਨਹੀਂ ਦਿੱਤਾ ਜਾ ਸਕਦਾ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਾਬੇ ਪਿਰਥੀ ਚੰਦ ਨੂੰ ਤੇ ਮਹਾਦੇਵ ਨੂੰ ਨਹੀਂ ਦੇ ਸਕੇ ਸੀ। ਇਤਿਹਾਸ ਭਰਿਆ ਪਿਆ ਇਹਨਾਂ ਗੱਲਾਂ ਦੇ ਨਾਲ। ਬੜੀ ਈਰਖਾ ਦਵੈਸ਼ ਕਰਦੇ ਸਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਨਾਲ। ਤੋ ਇਹ ਜਿਹੜਾ ਧਰਮ ਹੈ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ। ਦੋ ਤਰ੍ਹਾਂ ਦਾ ਮਨੁੱਖ ਦੇ ਕੋਲ ਜੀਵਨ ਹੈ, ਸੂਖਸ਼ਮ ਜੀਵਨ ਅਤੇ ਅਸਥੂਲ ਜੀਵਨ। ਇਸੇ ਲਈ ਮਨੁੱਖ ਸਮਾਜ ਦੇ ਵਿੱਚ ਜਿਹੜਾ ਹੈ ਉਹ ਧਨ ਦੀ ਕਮਾਈ ਜ਼ਿਆਦਾ ਕਰਨੀ ਚਾਹੁੰਦਾ ਤਾਂ ਕਿ ਮੈਂ ਆਪਣੇ ਪਰਿਵਾਰ ਨੂੰ, ਸਮੂਹ ਕੁਟੁੰਬ ਨੂੰ ਜਿਹੜਾ ਹੈ ਉਹ ਮੈਂ ਸੁਖੀ ਕਰ ਸਕਾਂ। ਤੇ ਹੋ ਵੀ ਜਾਂਦਾ, ਧਨ ਦੇ ਨਾਲ ਪਰਿਵਾਰ ਨੂੰ, ਕੁਟੁੰਬ ਨੂੰ ਸੁੱਖ ਦਿੱਤੇ ਜਾ ਸਕਦੇ ਹਨ। ਪਰ ਜਿੱਥੇ ਜਿੱਥੇ ਮਨੁੱਖ ਬਾਹਰੀ ਧਨ ਦੀ ਇਤਨੀ ਲਾਲਚ ਕਰਦਾ ਹੈ, ਇਹਨਾਂ ਧਨ ਦੇ ਮਗਰ ਭੱਜਦਾ ਹੈ, ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਆਪਣੀ ਕਿਰਤ ਕਮਾਈ ਕਰ ਜੀ ਸਦਕੇ, ਪਰ ਚੇਤੇ ਰਹੇ ਕਿ ਇੰਨਾ ਵੀ ਧਨ ਇਕੱਠਾ ਨਾ ਕਰ ਲਈ ਕਿ ਸਾਰੀ ਦੀ ਸਾਰੀ ਤੇਰੀ ਸ਼ਕਤੀ ਬਾਹਰ ਹੀ ਨਿਕਲ ਜਾਵੇ, ਅੰਦਰੋਂ ਬਿਲਕੁਲ ਹੀ ਖਾਲੀ ਹੋ ਜਾਵੇਂ। ਅੰਦਰੂਨੀ ਜੀਵਨ ਤੇਰਾ ਬਿਲਕੁਲ ਵੀ ਤੇਰੇ ਕੋਲ ਨਾ ਰਹੇ, ਗੁਰੂ ਦਾ ਸ਼ਬਦ ਤੇਰੇ ਬਿਲਕੁਲ ਵੀ ਕਿਤੇ ਕੋਲ ਨਾ ਰਹੇ। ਇਹੋ ਜਿਹਾ ਜੀਵਨ ਨਾ ਕਿਤੇ ਆਪਣਾ ਬਣਾ ਕੇ ਬੈਠ ਜੀ। ਜਿੰਨਾ ਤੇਰਾ ਅੰਦਰ ਦੀ ਤਾਕਤ ਹੈ, ਅੰਦਰ ਦੀਆਂ ਸ਼ਕਤਾਂ ਨੇ, ਅੰਦਰ ਦੀਆਂ ਮੰਗਾਂ ਨੇ, ਉਹ ਸਾਰੀ ਦੀਆਂ ਸਾਰੀਆਂ ਧਰਮ ਦੀਆਂ ਪਰਿਕਰਮਾ ਕਰਦੀਆਂ ਨੇ। ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਇਹਨਾਂ ਸ਼ਬਦਾਂ ਨੂੰ ਬੜਾ ਗਹਿਰਾ ਸਤਿਗੁਰੂ ਮਹਾਰਾਜ ਜੀਆਂ ਨੇ ਦੱਸਿਆ ਹੈ। ਸਮਾਜ ਦੇ ਵਿੱਚ ਧਨ ਕਿਵੇਂ ਕਮਾਉਣਾ ਚਾਹੀਦਾ, ਕਿੰਨਾ ਕੁ ਕਮਾਉਣਾ ਚਾਹੀਦਾ, ਧਰਮ ਦੀ ਕਮਾਈ ਕਿਵੇਂ ਕਰਨੀ ਚਾਹੀਦੀ ਹੈ, ਕਦੋਂ ਕਰਨੀ ਚਾਹੀਦੀ ਹੈ, ਇਹ ਸਭ ਗੱਲਾਂ ਜਿਹੜੀਆਂ ਅਸੀਂ ਸਤ ਸੰਗਤ ਕਰਦੇ ਹਾਂ, ਇਹ ਸਭ ਗੱਲਾਂ ਸਤ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦੀਆਂ ਨੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਖਿਮਾ। ਸਮਾਪਤੀ ਦਾ ਟਾਈਮ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।